ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਅਸੀਂ ਵਿਚਾਰ ਕਰਨ ਜਾ ਰਹੇ ਹਾਂ, ਇੱਕ ਨਵਾਂ ਸਬਜੈਕਟ, ਨਵਾਂ ਗ੍ਰੰਥ ਸ਼ੁਰੂ ਕਰਨ ਜਾ ਰਹੇ ਹਾਂ। ਇਹ ਗ੍ਰੰਥ ਹੈ ਪ੍ਰਾਚੀਨ ਪੰਥ ਪ੍ਰਕਾਸ਼। ਅੱਜ ਕੱਲ੍ਹ ਇਸ ਗ੍ਰੰਥ ਦੀ ਬਹੁਤ ਚਰਚਾ ਹੈ। ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਇਸ ਗ੍ਰੰਥ ਨੂੰ ਆਧਾਰ ਬਣਾ ਕੇ ਸਿੱਖ ਸਮਾਜ ਦੇ ਸਾਹਮਣੇ ਕੁਝ ਨਵੇਂ ਵਿਚਾਰ ਰੱਖੇ ਹਨ। ਇਸ ਗ੍ਰੰਥ ਵਿੱਚੋਂ ਹੀ ਉਹਨਾਂ ਦੱਸਿਆ ਕਿ ਸਿੱਖ ਜਿਹੜਾ ਵੱਕਰੇ ਦਾ ਝਟਕਾ ਕਰਕੇ ਖਾ ਸਕਦਾ ਹੈ। ਮੇਰੇ ਮਨ ਵਿੱਚ ਵੀ ਵਿਚਾਰ ਆਇਆ ਕਿ ਠੀਕ ਹੈ, ਇਹਨਾਂ ਗ੍ਰੰਥ ਸ਼ੁਰੂ ਕੀਤਾ ਹੈ, ਅਸੀਂ ਇਸ ਗ੍ਰੰਥ ਦੇ ਬਾਰੇ ਕੁਝ ਵਿਚਾਰ ਕਰਾਂਗੇ। ਪਹਿਲਾਂ ਅਸੀਂ ਵਿਚਿੱਤਰ ਨਾਟਕ, ਜਿਸ ਨੂੰ ਦਸਮ ਗ੍ਰੰਥ ਕਹਿੰਦੇ ਨੇ, ਅਤੇ ਉਸ ਤੋਂ ਪਹਿਲਾਂ ਅਸੀਂ ਜੋ ਹੈ ਸੂਰਜ ਪ੍ਰਕਾਸ਼ ਗ੍ਰੰਥ, ਜੋ ਕਵੀ ਸੰਤੋਖ ਸਿੰਘ ਦਾ ਲਿਖਿਆ ਹੋਇਆ, ਉਸ ਦੇ ਬਾਰੇ, ਇਹਨਾਂ ਦੋਨਾਂ ਗ੍ਰੰਥਾਂ ਦੇ ਬਾਰੇ ਕਾਫੀ ਵਿਚਾਰ ਚਰਚਾ ਕਰ ਚੁੱਕੇ ਹਾਂ। ਅੱਜ ਦਾ ਜਿਹੜਾ ਪ੍ਰਸੰਗ ਅਸੀਂ ਲੈਣਾ ਹੈ, ਸਰਦਾਰ ਰਤਨ ਸਿੰਘ ਭੰਗੂ ਦੇ ਲਿਖੇ ਗ੍ਰੰਥ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚੋਂ। ਉਹ ਪ੍ਰਸੰਗ ਹੈ ਜੋ ਸਿੱਖ ਧਰਮ ਦੇ ਵਿੱਚ ਇੱਕ ਖਾਸ ਇਤਿਹਾਸਕ ਮਹੱਤਤਾ ਵਾਲਾ ਦਿਨ, ਜਿਸ ਦਿਨ ਖਾਲਸਾ ਪ੍ਰਗਟ ਕੀਤਾ ਗਿਆ। ਕਿਉਂਕਿ ਸਾਨੂੰ ਬਹੁਤ ਹੀ ਬੁਰੀ ਤਰ੍ਹਾਂ ਗੁੰਮਰਾਹ ਕੀਤਾ ਜਾਂਦਾ ਹੈ। ਇਹ ਦੱਸਿਆ ਜਾਂਦਾ ਹੈ ਕਿ ਇਹ ਜਿਹੜੇ ਗ੍ਰੰਥ ਨੇ, ਇਹ ਸਾਡੇ ਇਤਿਹਾਸਕ ਸਰੋਤ ਹਨ, ਔਰ ਤਰੀਕਾ ਇਹ ਵਰਤਿਆ ਜਾਂਦਾ ਹੈ ਕਿ ਕਿਸੇ ਗ੍ਰੰਥ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਸ ਦੇ ਕਰਤਾ ਵਿਦਵਾਨ ਦੇ ਬਾਰੇ ਬਹੁਤ ਹੀ ਭੂਮਿਕਾ ਬੰਨ੍ਹੀ ਜਾਂਦੀ ਹੈ। ਉਸ ਦੇ ਪਰਿਵਾਰ ਬਾਰੇ, ਉਸ ਦੇ ਪਿਛੋਕੜ ਦੇ ਬਾਰੇ। ਅਸਲ ਵਿੱਚ ਇਹ ਸਭ ਕੁਝ ਦਾ ਕਾਰਨ ਕੀ ਹੈ? ਇਹਨਾਂ ਗ੍ਰੰਥਾਂ ਨੂੰ ਸਾਡੇ ਉੱਤੇ ਲੋਡ ਕਰਨਾ, ਲੱਦਣਾ, ਭਾਰ ਪਹਿਲਾਂ ਇੰਨਾ ਪਾ ਦੇਣਾ ਕਿ ਕੋਈ ਕੁਛ ਨਾ ਸਕੇ, ਕੋਈ ਸਵਾਲ ਨਾ ਕਰ ਸਕੇ। ਪਰ ਮੈਂ ਇਸ ਗ੍ਰੰਥ ਦੀ ਵੀ ਸੱਚਾਈ ਤੁਹਾਡੇ ਸਾਹਮਣੇ ਰੱਖ ਦੇਣੀ ਹੈ। ਅੱਗੇ ਤੁਹਾਡੀ ਮਰਜ਼ੀ ਹੈ ਕਿ ਇਸ ਨੂੰ ਕਿਸ ਤਰ੍ਹਾਂ ਸਮਝਣਾ ਹੈ। ਅੰਮ੍ਰਿਤ ਸੰਚਾਰ ਦੀ ਗੱਲ ਹੈ। ਇਹ ਹੈ, ਕੇਸਗੜ੍ਹ श्री खालसे को पंथ की उत्पत्ति की साखी। ਅਸੀਂ ਪੜ੍ਹਦੇ ਹਾਂ ਦੋਹਰਾ, ਇਤਨੀ ਬਾਤ ਵਿਚਾਰ ਕਰ ਹੁਤੀ ਬਾਤ ਲਈ ਚੀਨ, ਸਤਿਗੁਰ ਵਹਿ ਸ਼੍ਰੀ ਕੇਸਗੜ੍ਹ ਉਦਮ ਸੋਊ ਕੀਨ। ਕੇਸਗੜ੍ਹ ਦੇ ਸਥਾਨ 'ਤੇ ਬੈਠ ਕੇ ਉਦਮ ਕੀ ਕੀਤਾ? ਅੰਮ੍ਰਿਤ ਸੰਚਾਰ ਕਰਨਾ ਸੀ। ਪੰਜ ਪਿਆਰਿਆਂ ਨੂੰ ਪ੍ਰਗਟ, ਖਾਲਸਾ ਪੰਥ ਨੂੰ ਪ੍ਰਗਟ ਕਰਨਾ ਸੀ। ਅਤੇ ਕਵੀ ਜੀ ਕਹਿ ਰਹੇ ਨੇ, ਰਤਨ ਸਿੰਘ ਜੀ ਭੰਗੂ, ਕਿ ਗੁਰੂ ਗੋਬਿੰਦ ਸਿੰਘ ਜੀ ਕੇਸਗੜ੍ਹ ਦੇ ਸਥਾਨ 'ਤੇ ਬੈਠ ਕੇ ਉਹਨਾਂ ਨੇ ਉਦਮ ਕੀਤਾ। ਕੰਮ ਸ਼ੁਰੂ ਕਿੱਦਾਂ ਕੀਤਾ? ਅਸੀਂ ਕੋਈ ਬਿਲਡਿੰਗ ਬਣਾਉਂਦੇ ਹਾਂ ਤਾਂ ਉਸ ਦੀ ਆਧਾਰ ਨੀਂਹ ਰੱਖਦੇ ਹਾਂ। ਨੀਂਹ ਦੇ ਨੂੰ ਇਤਨਾ ਮਜ਼ਬੂਤ ਬਣਾਉਂਦੇ ਹਾਂ ਕਿ ਅੱਗੋਂ 2 ਮੰਜ਼ਲਾਂ, 4 ਮੰਜ਼ਲਾਂ, 10 ਮੰਜ਼ਲਾਂ ਬਣਾਉਣਾ ਹੋਵੇ, ਕਿਉਂਕਿ ਨੀਂਹ ਬਾਰ-ਬਾਰ ਉੱਤੇ ਮਕਾਨ ਦੀ ਰਿਪੇਅਰ ਹੋ ਸਕਦੀ ਹੈ, ਪਰ ਨੀਂਹ ਜਿਹੜੀ ਹੁੰਦੀ ਹੈ ਉਸ ਅਗਰ ਮਜ਼ਬੂਤ ਨਹੀਂ ਆ, ਅਗਰ ਨੀਂਹ ਜਿਹੜੀ ਹੈ ਰੇਤ ਦੀ ਢੇਰੀ 'ਤੇ ਰੱਖੀ ਗਈ ਹੈ, ਅਤੇ ਮਕਾਨ ਉੱਤੇ ਜਿੰਨਾ ਮਰਜ਼ੀ ਸੋਹਣਾ ਬਣਾ ਲਓ, ਉਹ ਟਿਕਣਾ ਨਹੀਂ, ਉਹ ਕਰੈਕ ਹੋ ਜਾਣਾ, ਟੁੱਟ ਜਾਣਾ, ਡਿੱਗ ਪੈਣਾ। ਖਾਲਸਾ ਪੰਥ ਦਾ ਜਿਹੜਾ ਆਧਾਰ ਹੈ, ਜੋ ਅੰਮ੍ਰਿਤ ਸੰਸਕਾਰ ਖੰਡੇ ਦੀ ਪੌਲ ਕਹਿੰਦੇ ਨੇ, ਉਹ ਜਿਹੜਾ ਇਤਿਹਾਸਕ ਦਿਹਾੜਾ, ਉਸ ਦੇ ਬਾਰੇ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਕੇਸਗੜ੍ਹ ਬੈਠ ਕੇ ਉਹਨਾਂ ਉਦਮ ਕੀਤਾ। ਪਹਿਲਾ ਕੰਮ ਕੀ ਕੀਤਾ? ਸੱਡ ਪੰਡਤ ਵੱਡ ਜੋਤ ਕੀ ਮਹੂਰਤ ਖੂਬ ਕਢਾਏ। ਗੁਰੂ ਗੋਬਿੰਦ ਸਿੰਘ ਜੀ ਨੇ ਪੰਡਤਾਂ ਨੂੰ ਸੱਦਿਆ, ਜੋਤਸ਼ੀਆਂ ਨੂੰ ਸੱਦਿਆ, ਅਤੇ ਉਹਨਾਂ ਤੋਂ ਮਹੂਰਤ ਕੱਢਿਆ ਕਿ ਮੈਂ ਇੱਕ ਬਹੁਤ ਵੱਡਾ ਕੰਮ ਕਰਨ ਜਾ ਰਿਹਾ, ਅਤੇ ਤੁਸੀਂ ਮੈਨੂੰ ਦੱਸੋ ਕਿਹੜੇ ਦਿਨ ਕਰਾਂ। ਇਹ ਮਤਲਬ ਸਾਡਾ ਜਿਹੜਾ ਖਾਲਸਾ ਪੰਥ ਦਾ ਮਹਿਲ ਹੈ ਨਾ, ਉਹ ਰੇਤ ਦੀ
ਢੇਰੀ ਦੇ ਉੱਤੇ ਉਸ ਦੀ ਨੂੰਹ ਰੱਖੀ ਹੈ ਕਿ ਜੇਕਰ ਅੰਮ੍ਰਿਤ ਸੰਸਕਾਰ ਲਈ ਗੁਰੂ ਗੋਬਿੰਦ ਸਿੰਘ ਜੀ ਦੇ ਮੁਖ ਵਿੱਚੋਂ ਕਵੀ ਇਹ ਕਢਵਾ ਰਿਹਾ ਕਿ ਉਹਨਾਂ ਨੇ ਪੰਡਤਾਂ ਤੋਂ ਪੁੱਛ ਪਵਾਈ, ਚੰਗੇ ਮਾੜੇ ਦਿਨ ਦੀ ਪਰਖ ਕਰਵਾਈ, ਜੋਤਸ਼ੀਆਂ ਨੂੰ ਸੱਦਿਆ, ਉਹਨਾਂ ਤੋਂ ਪੁੱਛਿਆ ਕਿ ਅੰਮ੍ਰਿਤ ਕਦੋਂ ਸੰਚਾਰ ਕਰੀਏ, ਅੰਮ੍ਰਿਤ ਕਦੋਂ ਛਕਾਈਏ, ਖਾਲਸਾ ਪੰਥ ਦੀ ਸਿਰਜਣਾ ਕਦੋਂ ਕਰੀਏ, ਖਾਲਸਾ ਪੰਥ ਨੂੰ ਪ੍ਰਗਟ ਕਦੋਂ ਕਰੀਏ। ਕਿਉਂਕਿ ਖਾਲਸਾ ਪੰਥ ਨਾਲ ਗੁਰੂ ਨਾਨਕ ਪਾਤਸ਼ਾਹ ਨੇ ਹੀ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾ ਦਿੱਤਾ ਸੀ। ਹੁਣ ਉਸ ਦੀ ਫਾਈਨਲ ਕਰਨਾ ਸੀ, ਆਖਰੀ ਇਮਤਿਹਾਨ ਸੀ, ਪ੍ਰਗਟ ਹੋਣਾ ਸੀ ਖਾਲਸੇ ਨੇ। ਤੇ ਉਹਦੇ ਲਈ ਇਹ ਰਤਨ ਸਿੰਘ ਭੰਗੂ ਜੀ ਕਹਿ ਰਹੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜੋਤਸ਼ੀਆਂ ਨੂੰ ਸੱਦਿਆ, ਪੰਡਤਾਂ ਨੂੰ ਸੱਦਿਆ ਕਿ ਮੈਨੂੰ ਦਿਨ ਦੱਸੋ, ਮੈਂ ਕਿਹੜੇ ਦਿਨ ਇਹ ਕੰਮ ਕਰਾਂ। ਹੁਣ ਕਹਿੰਦੇ ਸਿੱਖ ਪੰਥ ਨਿਰਾਲਾ, ਖਾਲਸਾ ਪੰਥ ਨਿਰਾਲਾ, ਇਹ ਕਿਸੇ ਚੰਗੇ ਮਾੜੇ ਦਿਨ ਦੀ ਮਤਲਬ ਵਿਚਾਰ ਨਹੀਂ ਕਰਦਾ। ਇਹਦੇ ਲਈ ਸਾਰੇ ਦਿਨ ਬਰਾਬਰ ਨੇ, ਸਾਰਾ ਸਮਾਂ ਬਰਾਬਰ ਹੈ। ਪਰ ਇੱਥੇ ਤਾਂ ਗ੍ਰੰਥ ਦਾ ਕਰਤਾ ਕਹਿ ਰਿਹਾ ਕਿ ਗੁਰੂ ਸਾਹਿਬ ਨੇ ਪੰਡਤ ਨੂੰ ਸੱਦਿਆ, ਜੋਤਸ਼ੀਆਂ ਨੂੰ ਸੱਦਿਆ। ਚਲੋ ਅੱਗੇ ਚੱਲਦੇ ਹਾਂ। ਕੀ ਇਹ ਭੁਜੰਗੀ ਛਾਂਟ ਪੰਜੇ ਜਾਤ ਗਿਣਾਏ। 5 ਭੁਜੰਗੀ ਸਿੰਘਾਂ ਨੂੰ ਲਿਖਿਆ ਵੀ ਛਾਂਟੇ ਉਹਨਾਂ ਨੇ ਅਲੱਗ-ਅਲੱਗ ਜਾਤਾਂ ਤੋਂ। 5 ਭੁਜੰਗੀ ਲਏ ਉਠਾਏ, ਚਾਰੇ ਵਰਨ ਇੱਕ ਕੀਏ ਭਰਾਏ। ਪ੍ਰਥਮ ਦਇਆ ਸਿੰਘ ਸੋਫਤੀ ਜਾਤ। ਦਇਆ ਸਿੰਘ ਉਹਦੀ ਜਾਤ ਸੋਫਤੀ, ਗੋਤ ਲਿਖਿਆ ਉਹਦਾ। ਵਸਤ ਲਾਹੌਰ ਹੁਤੇ ਵਖਿਆਤ। ਉਹ ਲਾਹੌਰ ਦਾ ਰਹਿਣ ਵਾਲਾ ਸੀ, ਲਹੂ ਦੇ ਦੇਸ਼ ਦਾ, ਲਹੂ ਦੇ ਸ਼ਹਿਰ ਦਾ। ਦੂਜੇ ਧਰਮ ਸਿੰਘ ਹਸਤਨਾਪੁਰ ਵਾਸੀ। ਦੂਜਾ ਜਿਹੜਾ ਸਿੱਖ ਸੀ ਉਹ ਧਰਮ ਸਿੰਘ, ਹਸਤਨਾਪੁਰ ਦਿੱਲੀ ਦਾ ਵਾਸੀ। ਹੁਤੋ ਜੱਟ ਸ਼ਿਵ ਜਟੋਂ ਪ੍ਰਕਾਸ਼ੀ। ਇਹ ਵੀ ਦੱਸ ਰਿਹਾ ਕਵੀ ਸਾਹਿਬ ਕਿ ਉਹ ਜੱਟ ਕਿਉਂ ਪਿਆ ਨਾ, ਉਹ ਸ਼ਿਵ ਜੀ ਦੀਆਂ ਜਟਾਂ ਵਿੱਚੋਂ ਪੈਦਾ ਹੋਇਆ। ਜੱਟ ਬਰਾਦਰੀ। ਲਓ ਜੀ, ਇਹ ਸਭ ਨੋਟ ਕਰੀ ਜਾਓ। ਤੀਜੋ ਹੁਕਮ ਸਿੰਘ ਦੁਆਰਕਾ ਜਾਇਓ। ਉਹ ਦੁਆਰਕਾ ਦਾ ਰਹਿਣ ਵਾਲਾ ਸੀ, ਹੁਕਮ ਸਿੰਘ। ਨਾਮਦੇਵ ਅਵਤਾਰ ਸੁ ਆਇਓ। ਉਹ ਨਾਮਦੇਵ ਦਾ ਅਵਤਾਰ ਸੀ। ਦੇਖੀ ਜਾਓ ਕਿਵੇਂ ਚਲਿੱਤਰ ਸਿੱਖ ਪੰਥ ਦੀ ਨਿਊ ਕਿਵੇਂ ਰੇਤ ਦੇ ਢੇਰ ਉੱਤੇ ਰੱਖੀ ਜਾ ਰਹੀ ਹੈ। ਇਹ ਸਾਡੇ ਮਹਾਨ ਜਿਹੜੇ ਸਾਡੇ ਇਤਿਹਾਸਕ ਸੋਮੇ ਨੇ, ਇਹ ਨਾਮਦੇਵ ਦਾ ਅਵਤਾਰ। ਕਿਉਂਕਿ ਸ਼ਿੰਬਾ ਸੀ, ਨਾਮਦੇਵ ਵੀ ਸ਼ਿੰਬਾ ਸੀ, ਉਹਦਾ ਅਵਤਾਰ ਬਣਾ ਦਿੱਤਾ। ਚੌਥੇ ਨਾਈ ਸਾਹਿਬ ਸਿੰਘ ਜੋਊ। ਚੌਥਾ ਜਿਹੜਾ ਸਿੱਖ ਸੀ ਉਹ ਨਾਈ ਬਰਾਦਰੀ ਵਿੱਚੋਂ ਸੀ, ਸਾਹਿਬ ਸਿੰਘ। ਸੈਣ ਭਗਤ ਜੈ ਰਹਿਤੇ ਸੋ। ਉਹ ਸੈਣ ਭਗਤ ਦਾ ਅਵਤਾਰ ਉਹਦੀ ਕੁਲ ਵਿੱਚੋਂ। ਵਾਹ, ਕਿਉਂਕਿ ਇਤਿਹਾਸ ਵਰਣਨ ਕਰ ਰਹੇ ਨਾ। ਪੰਚਮ ਹਿੰਮਤ ਸਿੰਘ ਝੀਵਰ ਕਹੀਏ। ਪੰਜਵਾਂ ਜਿਹੜਾ ਉਹ ਝੀਵਰ ਸੀ, ਉਹਦਾ ਨਾਂ ਹਿੰਮਤ ਰਾਏ ਸੀ ਤੇ ਹਿੰਮਤ ਸਿੰਘ ਬਣਾਇਆ ਉਸ ਨੂੰ ਕਹੀਏ। 5 ਭੁਜੰਗੀ 5 ਜਾਤ ਲਈਏ, ਪੌਲ ਖੰਡੇ ਤਿਆਰ ਕਰਵਾਈ, ਜਲ ਮਦ ਆਨ ਮਠਾਈ ਪਾਈ। ਜਲ ਦੇ ਵਿੱਚ ਪੌਲ ਤਿਆਰ ਕਰਕੇ ਮਠਿਆਈ ਮਤਲਬ ਮਿੱਠਾ ਪਾਇਆ। ਹੁਣ ਇੱਥੇ ਜਿਹੜਾ ਦੇਖੋ, ਸਾਨੂੰ ਇੱਕ ਪਾਸੇ ਮਾਰ ਨਹੀਂ ਪਈ, ਸਾਨੂੰ ਚੌਤਰਫੀ ਮਾਰ ਹੈ। ਪਹਿਲਾਂ ਤਾਂ ਲਿਖਾਰੀ ਲਿਖਣ ਵਾਲੇ ਨੇ ਬੇਈਮਾਨੀ ਕਿ ਪੰਡਤਾਂ ਤੋਂ ਮਹੂਰਤ ਕਢਾ ਕੇ ਲਿਖਿਆ, ਫਿਰ ਅਲੱਗ-ਅਲੱਗ ਅਵਤਾਰ ਬਣਾਤੇ। ਕੋਈ ਲਹੂ ਦੀ ਵੰਸ਼ ਵਿੱਚੋਂ ਲਹੂ ਦਾ ਹਿੱਸਾ ਬਣਾ ਦਿੱਤਾ, ਕੋਈ ਭਗਤ ਸੈਣ ਦੀ ਬਰਾਦਰੀ ਵਿੱਚੋਂ ਉਹਦਾ ਅਵਤਾਰ ਬਣਾ ਦਿੱਤਾ, ਔਰ ਕਿਸੇ ਨੂੰ ਸ਼ਿਵ ਦੀਆਂ ਜਟਾਂ ਵਿੱਚੋਂ ਪੈਦਾ ਹੋਣ ਵਾਲਾ ਜੱਟ ਬਣਾ ਦਿੱਤਾ। ਭਾਵ ਪੂਰੀ ਤਰ੍ਹਾਂ ਸਾਨੂੰ ਜਕੜ ਲਿਆ ਪੁਰਾਣੇ ਇਤਿਹਾਸ ਦੇ ਵਿੱਚ, ਔਰ ਸਾਨੂੰ ਉਹਨਾਂ ਦਾ ਅਵਤਾਰ ਬਣਾ ਦਿੱਤਾ। ਅੱਗੇ ਕਿਹੜਾ ਗੱਲ ਕੀਤੀ ਹੈ ਕਿ ਮਠਾਈ ਪਾਈ। ਇਹਦੇ ਵਿੱਚ ਕਿਸੇ ਦਾ ਨਾਂ ਨਹੀਂ ਲਿਖਿਆ ਹੋਇਆ, ਪਰ ਵਾਟਾ ਧਰਿਆ ਸੀ ਜਲ ਵਿੱਚ। ਮਾਤਾ ਜੀ ਸਾਹਿਬ ਦੇਵਾ ਜੀ ਨੇ ਮਠਾਈ ਮਿੱਠਾ, ਉਹਨਾਂ ਨੇ ਪਤਾਸਿਆਂ ਦੀ ਝੋਲੀ ਲਿਆ ਕੇ ਵਿੱਚ ਪਾਈ। ਇਹ ਜਿਹੜੇ ਅਰਥ ਕਰਨ ਵਾਲੇ ਇਹ ਸਿਰੇ ਦੀ ਗੱਲ ਕਰਦੇ ਨੇ, ਜਿਹੜੀ ਨਹੀਂ ਲਿਖੀ ਹੋਈ ਉਹ ਵੀ ਕਰਦੇ ਨੇ। ਇਹ ਅਰਥ ਕਿਹਨ ਕੀਤੇ ਨੇ? ਬਾਬਾ ਸੰਤਾ ਸਿੰਘ ਜੀ, ਨਿਹੰਗ ਸਿੰਘਾਂ ਦਾ ਜਥੇਦਾਰ, ਜਿਹੜਾ ਜਿਨ 84 ਵਿੱਚ ਅਕਾਲ ਤਖਤ ਬਣਾਇਆ ਸੀ,
ਇੰਦਰਾ ਗਾਂਧੀ ਦੇ ਕਹਿਣ 'ਤੇ ਇਹ ਉਹ ਅਰਥ ਕਰ ਰਹੇ ਨੇ। ਇਹ ਸਾਡੇ ਕਰਤਾ ਧਰਤਾ ਨੇ ਧਰਮ ਦੇ ਭਾਈ, ਠੀਕ ਹੈ। ਔਰ ਇੱਥੇ ਮਾਤਾ ਸਾਹਿਬ ਦੇਵਾ ਨੂੰ ਜ਼ਬਰਦਸਤੀ ਜੋੜ ਦਿੱਤਾ ਗਿਆ। ਤੇ ਮਦ ਰਾਖੀ ਕਰਦ ਗਡਾਏ। ਹੁਣ ਸੁਣੋ, ਪਹਿਲਾਂ ਖੰਡੇ ਦੇ ਅੰਮ੍ਰਿਤ ਦੀ ਗੱਲ ਹੋ ਰਹੀ ਹੈ, ਹੁਣ ਗੱਲ ਹੋ ਰਹੀ ਹੈ ਕਰਦ। ਕਰਦ ਅਸੀਂ ਅੱਗੇ ਵਿਚਾਰ ਕਰਾਂਗੇ। ਕਰਦ ਦੇਵੀ ਨੇ ਦਿੱਤੀ ਸੀ। ਜਦੋਂ ਗੁਰੂ ਗੋਬਿੰਦ ਸਿੰਘ ਨੇ ਦੇਵੀ ਨੂੰ ਪ੍ਰਗਟ ਕੀਤਾ ਨਾ, ਉਦੋਂ ਉਹਨੇ ਕਰਦ ਦਿੱਤੀ ਸੀ। ਉਹਦੇ ਲੰਕੜੀਆਂ ਨੇ ਆਪਣਾ ਕਸ਼ਹਿਰਾ ਦਿੱਤਾ ਸੀ, ਉਹ ਕਰਦ ਦਿੱਤੀ ਸੀ ਖਾਲਸਾ ਪੰਥ ਸਿਰਜਣਾ ਕਰਨ ਲਈ। ਉਹ ਕਰਦ ਦੇ ਨਾਲ ਤੇ ਮਦ ਰਾਖੀ ਕਰਦ ਗਡਾਏ, ਸਤਿਗੁਰ ਰਾਖੀ ਕਰਦ ਧਾਰ ਜਾ ਗਾਏ। ਦੋਹਰਾ ਸ਼੍ਰੀ ਸਤਿਗੁਰੂ ਸਤਨਾਮ ਕਹਿਓ, ਕਰਤਾ ਪੁਰਖ ਉਚਾਰ, ਅਕਾਲ ਅਕਾਲੈ ਜਾਪ ਕਰ, ਤੋਰੀ ਕਿਰਪਾ ਨਿਜ ਧਾਰ। ਚੌਪਈ ਪ੍ਰਥਮ ਭਗਉਤੀ ਬਾਰਜੂ ਪੜੋ, ਪ੍ਰਥਮ ਭਗਉਤੀ ਬਾਰਜੂ ਪੌੜੀ। ਜਿਹੜੀ ਭਗਉਤੀ ਦੀ ਬਾਰ ਦੀ ਪੌੜੀ ਹੈ, ਜਿਹੜੀ ਅਰਦਾਸ ਵਿੱਚ ਪੜ੍ਹਦੇ ਆ 9ਵੇਂ ਪਾਤਸ਼ਾਹ ਤੱਕ, ਉਸ ਦਾ ਪਾਠ ਕੀਤਾ। ਔਰ ਇਹ ਵੀ ਕਹਿ ਰਹੇ ਨੇ ਪੜ੍ਹ ਪ੍ਰਥਮੇ ਆਪ ਸਤਿਗੁਰ ਜੋੜੀ। ਉਸੇ ਵੇਲੇ ਗੁਰੂ ਸਾਹਿਬ ਨੇ ਉਸ ਦਾ ਉਚਾਰਨ ਕੀਤਾ ਸੀ, ਉਦੋਂ ਪਹਿਲਾਂ ਉਹ ਨਹੀਂ ਸੀ। ਅਸੀਂ ਅੱਜ ਜਿਹੜਾ ਅੰਮ੍ਰਿਤ ਸੰਸਕਾਰ ਹੁੰਦਾ ਹੈ, ਅੰਮ੍ਰਿਤ ਸੰਚਾਰ ਕਰਦੇ ਹਾਂ, ਉਹਦੇ ਵਿੱਚ 5 ਬਾਣੀਆਂ ਪੜ੍ਹੀਆਂ ਜਾਂਦੀਆਂ, ਪਰ ਇਹਨਾਂ ਨੂੰ ਇਤਿਹਾਸਕ ਸਰੋਤ ਕਹਿੰਦੇ ਆ। ਉਹਦੇ ਵਿੱਚ ਕਿਹੜੀਆਂ ਬਾਣੀਆਂ ਦਾ ਜ਼ਿਕਰ ਹੈ ਉਹ ਅਸੀਂ ਅੱਜ ਜਾਣਾਂਗੇ। ਉਹਦੇ ਵਿੱਚ ਪਹਿਲੀ ਬਾਣੀ ਜਿਹੜੀ ਆ ਉਹ ਦੁਰਗਾ ਕੀ ਬਾਰ, ਭਗਉਤੀ ਕੀ ਬਾਰ ਪੜ੍ਹੀ ਗੁਰੂ ਗੋਬਿੰਦ ਸਿੰਘ ਜੀ ਨੇ। ਉਦੋਂ ਬਾਅਦ 'ਚ ਬੋਰ ਸਵਈਓ 32 ਉਚਾਰੇ, ਫਿਰ 32 ਸਵਈਆਂ ਦਾ ਉਚਾਰਨ ਕੀਤਾ। ਸ਼੍ਰੀ ਸਤਿਗੁਰ ਸ਼੍ਰੀ ਮੁਖੋਂ ਸਵਾਰੇ, ਆਪਣੇ ਮੁਖ ਦੇ ਵਿੱਚੋਂ ਉਚਾਰਨ ਕੀਤਾ। ਤੇਜ ਤੇਜ ਜੋ ਚੰਡੀ ਬਾਣੀ, ਜੋ ਚੰਡੀ ਦੀ ਬਾਣੀ ਤੇਜ ਤੇਜ ਹੈ, ਤਿਰਪੰਗੀ ਛੰਦ ਫਿਰ ਚੰਡੀ ਦੀ ਬਾਣੀ ਪੜ੍ਹੀ। ਇੱਥੇ ਹੁਕਮ ਇਹ ਹੈ ਕਿ ਚੰਡੀ ਦੀ ਬਾਣੀ ਜਿਹੜੀ ਹੈ ਉਹ ਖੜੇ ਹੋ ਕੇ ਪੜ੍ਹਨੀ ਹੈ। ਇਹ ਚੰਡੀ ਦੀ ਬਾਣੀ ਦੇ ਅੱਗੇ ਜ਼ਿਕਰ ਕੀਤਾ ਹੋਇਆ। ਸ਼੍ਰੀ ਵਾਹਿਗੁਰੂ ਗੁਰ ਫਤਿਹ ਬੁਲਾਈ, ਪੁੰਨ ਪੰਜ ਪੰਜ ਸੀਸ। ਫਿਰ ਉਹ 5 ਜਿਹੜੇ ਚੂਲੇ ਆ ਸੀਸ ਵਿੱਚ ਪਾਏ, 5 ਅੱਖਾਂ ਵਿੱਚ ਪਾਏ, 5 ਪਲਾਏ, ਇਹ ਸਾਰਾ ਵਰਣਨ ਕੀਤਾ ਹੈ। ਤੇ ਸਾਰਿਆਂ ਨੂੰ 4 ਵਰਨਾਂ ਨੂੰ ਇੱਕ ਜਗ੍ਹਾ ਉਹਨਾਂ ਨੇ ਕਰ ਦਿੱਤਾ ਕਿ 4 ਵਰਣ ਜਿਹੜੇ ਆ ਉਹ ਇਕੱਠੇ ਹੋ ਗਏ। ਅੱਗੇ ਕਵੀ ਲਿਖਦੇ ਨੇ, ਗੁਰਬਾਣੀ ਪੜ੍ਹਨ ਦਾ ਉਪਦੇਸ਼ ਕਰਦੇ ਨੇ। ਅੱਗੇ ਲਿਖਦੇ ਨੇ ਕਿ ਜਪ ਜਾਪ ਦੋਏ ਵੇਲੇ ਜਪਾਇਓ, ਸਵੇਰੇ ਤੇ ਸ਼ਾਮ ਜਪਜੀ ਸਾਹਿਬ ਤੇ ਜਾਪ ਸਾਹਿਬ ਪੜ੍ਹਨਾ। ਅੰਮ੍ਰਿਤ ਤਿਆਰ ਕਰਨ ਵੇਲੇ ਸਿਰਫ ਭਗਉਤੀ ਦੀ ਪੌੜੀ, ਭਗਉਤੀ ਦੀ ਵਾਰ ਪੜ੍ਹੀ ਹੈ, ਔਰ ਨਾਲ 32 ਸਵਈਏ ਪੜ੍ਹੇ ਆ। ਨਾ ਉੱਥੇ ਜਪਜੀ ਸਾਹਿਬ ਪੜ੍ਹਿਆ, ਨਾ ਜਾਪ ਸਾਹਿਬ ਪੜ੍ਹਿਆ, ਨਾ ਉੱਥੇ ਆਨੰਦ ਸਾਹਿਬ ਪੜ੍ਹਿਆ, ਨਾ ਉੱਥੇ ਬੇਨਤੀ ਚੌਪਈ ਪੜ੍ਹੀ। ਕੋਈ ਬਾਣੀ ਨਹੀਂ ਪੜ੍ਹੀ। 32 ਸਵਈਏ ਪੜ੍ਹੇ ਆ ਔਰ ਭਗਉਤੀ ਦੀ ਬਾਰ ਪੜ੍ਹੀ ਹੈ। ਇਹ ਪ੍ਰਾਚੀਨ ਪੰਥ ਪ੍ਰਕਾਸ਼ ਦਾ ਕਰਤਾ ਰਤਨ ਸਿੰਘ ਭੰਗੂ ਜੀ ਲਿਖ ਰਹੇ ਨੇ। ਅੱਗੇ ਉਹ ਜਿਹੜੀ ਗੱਲ ਹੋਰ ਇੱਕ ਨੋਟ ਕਰਨ ਵਾਲੀ ਹੈ ਕਿ ਹੁਣ ਤੱਕ ਜਿਹੜਾ ਸਾਡਾ ਅਸੀਂ ਸਮਝਦੇ ਹਾਂ, ਇਹ ਜਿਹੜੀ ਖੰਡੇ ਦੀ ਪੌਲ ਤਿਆਰ ਕੀਤੀ ਗਈ ਹੈ ਔਰ ਖਾਲਸਾ ਪੰਥ ਪ੍ਰਗਟ ਕੀਤਾ ਗਿਆ, ਇਹ ਸਨ 1699 ਈਸਵੀ ਵਿੱਚ ਹੋਇਆ। ਪਰ ਇਸ ਗ੍ਰੰਥ ਦਾ ਕਰਤਾ ਇਹ ਲਿਖ ਰਿਹਾ ਕਿ ਇਹ ਜਿਹੜਾ ਕੰਮ ਹੈ ਇਹ ਸੰਮਤ 1752 ਵਿੱਚ ਹੋਇਆ। 1752 ਤੋਂ ਅਸੀਂ ਅਗਰ 57 ਸਾਲ ਮਿਹਨਤ ਕਰਦੇ ਹਾਂ, ਇਹ ਬਣਦਾ ਹੈ 1695। ਸੋ ਪ੍ਰਾਚੀਨ ਪੰਥ ਪ੍ਰਕਾਸ਼ ਅਨੁਸਾਰ ਜਿਹੜਾ ਖਾਲਸੇ ਪੰਥ ਦੀ ਸਿਰਜਣਾ ਹੈ ਉਹ 1699 ਈਸਵੀ ਵਿੱਚ ਨਹੀਂ ਹੋਈ, ਉਹ ਹੋਈ ਹੈ 1695 ਈਸਵੀ ਵਿੱਚ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਅਗਰ ਇਹ ਸਾਡੇ ਇਤਿਹਾਸਕ ਸਰੋਤ ਹਨ ਤਾਂ ਫਿਰ ਅਸੀਂ ਕੀ ਸਮਝੀਏ ਕਿ
ਜਿਹੜਾ ਖਾਲਸਾ ਪੰਥ ਦੀ ਸਿਰਜਣਾ ਹੈ ਉਹ ਤਾਂ 1695 ਈਸਵੀ ਵਿੱਚ ਹੋਈ। ਇਹਨਾਂ ਗ੍ਰੰਥਾਂ ਵਿੱਚ ਜਿਹੜਾ ਸਮ ਬਹੁਤ ਘੱਟ ਦਿੱਤੇ ਹੋਏ, ਸੰਮਤ ਬਹੁਤ ਘੱਟ ਜੇ ਦਿੱਤੇ ਆ ਉਹ ਗਲਤ ਹੈ। ਇਤਿਹਾਸ ਦੇ ਵਿੱਚ ਤਰੀਕਾਂ ਜ਼ਰੂਰੀ ਹੁੰਦੀਆਂ ਹਨ। ਅਗਰ ਤਰੀਕਾਂ ਦਿੱਤੀਆਂ ਹੀ ਨਹੀਂ, ਅਗਰ ਜਿਹੜੀਆਂ ਦਿੱਤੀਆਂ ਉਹ ਵੀ ਗਲਤ ਨੇ, ਫਿਰ ਇਹ ਇਤਿਹਾਸਕ ਸੋਮੇ ਕਿਵੇਂ ਬਣ ਗਏ। ਔਰ ਹੋਰ ਇੱਕ ਗੱਲ ਦੱਸ ਦੇਵਾਂ ਕਿ ਇਹ ਜਿਹੜੇ ਗ੍ਰੰਥ ਨੇ ਪ੍ਰਾਚੀਨ ਪੰਥ ਪ੍ਰਕਾਸ਼ ਜਾਂ ਗੁਰਪ੍ਰਤਾਪ ਸੂਰਜ ਗ੍ਰੰਥ, ਇਹ ਇਸ ਘਟਨਾ ਤੋਂ 135-40 ਸਾਲ ਬਾਅਦ ਵਿੱਚ ਲਿਖੇ ਗਏ ਨੇ। 1699 ਵਿੱਚ ਅੰਮ੍ਰਿਤ ਸੰਚਾਰ ਹੋਇਆ। ਇਹ ਗ੍ਰੰਥ ਲਿਖੇ ਗਏ ਨੇ 1842 ਤੇ 42-43 ਦੇ ਵਿੱਚ। ਅੰਦਾਜ਼ਾ ਲਗਾਓ 1600, 1700, 1800, 140-45 ਸਾਲ ਬਾਅਦ ਵਿੱਚ ਇਹ ਗ੍ਰੰਥ ਲਿਖੇ ਗਏ। ਫਿਰ ਕੋਈ ਪ੍ਰਮਾਣ ਨਹੀਂ ਆ। ਹੁਣ ਅਸੀਂ ਇਸ ਨੂੰ ਜਾਣਨ ਲਈ ਪੜ੍ਹਦੇ ਹਾਂ ਸੂਰਜ ਪ੍ਰਕਾਸ਼ ਗ੍ਰੰਥ। ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਅੰਮ੍ਰਿਤ ਸੰਚਾਰ ਦੀ ਜਿਹੜੀ ਗੱਲ ਹੈ, ਉਹਨਾਂ ਨੂੰ ਉਪਦੇਸ਼ ਦਿੱਤਾ। ਵਾਹਿਗੁਰੂ ਕਹੋ ਵਿਛੇ ਸਿੱਖ ਭਾਵ, ਪੰਜ ਪਿਆਰੇ ਹੱਥ ਜੋੜ ਕੇ ਖੜੇ ਹੋ ਗਏ। ਪਹਿਲਾਂ ਜਪਜੀ ਸਾਹਿਬ ਦਾ ਪਾਠ ਕੀਤਾ, ਫਿਰ ਆਪ ਨੇ ਸਵਈਏ ਪੜ੍ਹੇ। ਸੂਰਜ ਪ੍ਰਕਾਸ਼ ਦਾ ਗ੍ਰੰਥ ਦਾ ਕਰਤਾ ਕਵੀ ਸੰਤੋਖ ਸਿੰਘ ਲਿਖ ਰਿਹਾ ਕਿ ਜਦੋਂ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਨਾ, ਉਹ ਕਹਿੰਦੇ ਪਹਿਲਾਂ ਤਾਂ ਸੁੱਚਾ ਜਲ ਲਿਆਏ ਸਤਲੁਜ ਦਰਿਆ ਤੋਂ, ਇੱਕ ਭਾਂਡੇ ਵਿੱਚ ਪਾਇਆ, ਤਾਂ ਫਿਰ ਗੁਰੂ ਸਾਹਿਬ ਨੇ ਪੰਜ ਪਿਆਰੇ ਖੜੇ ਹੋ ਗਏ। ਉਹ ਇੱਕ ਦਿਨ ਪਹਿਲਾਂ ਉਹਨਾਂ ਦਾ ਇਮਤਿਹਾਨ ਹੋ ਗਿਆ ਸੀ ਇਸ ਗ੍ਰੰਥ ਅਨੁਸਾਰ। ਅਗਲੇ ਦਿਨ ਇਹ ਅੰਮ੍ਰਿਤ ਸੰਚਾਰ ਹੋਇਆ। ਉਹ ਖੜੇ ਹੋ ਗਏ, ਗੁਰੂ ਸਾਹਿਬ ਨੇ ਜਪਜੀ ਸਾਹਿਬ ਪੜ੍ਹਿਆ ਤੇ ਉਸ ਤੋਂ ਬਾਅਦ ਜੇ ਸਵਈਏ ਪੜ੍ਹੇ। ਸਵਈਏ ਲਿਖਿਆ ਨਹੀਂ ਕਿਹੜੇ, ਕਿਉਂਕਿ ਸਾਨੂੰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਸਵਈਏ ਲਿਖੇ ਹੋਏ ਨੇ। ਅਖੀਰ ਵਿੱਚ ਭੱਟਾਂ ਦੇ ਸਵਈਏ ਵੀ ਨੇ ਔਰ ਗੁਰੂ ਸਾਹਿਬਾਨ ਦੇ ਮੁੱਖ ਵਾਕ ਸਵਈਏ ਵੀ ਨੇ। ਹੁਣ ਕਿਹੜੇ ਸਵਈਏ ਪੜ੍ਹੇ ਇੱਥੇ ਜ਼ਿਕਰ ਨਹੀਂ, ਪਰ ਇੱਕ ਗੱਲ ਸਪਸ਼ਟ ਹੈ, ਨਾ ਤਾਂ ਇੱਥੇ ਜਾਪ ਸਾਹਿਬ ਪੜ੍ਹਿਆ, ਨਾ ਇੱਥੇ ਬੇਨਤੀ ਚੌਪਈ ਪੜ੍ਹੀ, ਨਾ ਇੱਥੇ ਆਨੰਦ ਸਾਹਿਬ ਦੀਆਂ 5 ਪੌੜੀਆਂ ਪੜ੍ਹੀਆਂ। ਆਨੰਦ ਸਾਹਿਬ 5 ਪੌੜੀਆਂ ਆਨੰਦ ਸਾਹਿਬ ਦੀਆਂ ਪੜ੍ਹੀਆਂ। ਅੰਮ੍ਰਿਤ ਦਾ ਬਹੁਤ ਤੇਜ਼ ਵਧਿਆ ਹੈ ਤੇ ਇੱਥੇ ਸਿਰਫ 3 ਬਾਣੀਆਂ ਪੜ੍ਹੀਆਂ, ਜਪਜੀ ਸਾਹਿਬ, ਸਵਈਏ ਤੇ ਆਨੰਦ ਸਾਹਿਬ ਦੀਆਂ 5 ਪੌੜੀਆਂ। ਜਾਪ ਸਾਹਿਬ ਨਹੀਂ ਪੜ੍ਹਿਆ, ਬੇਨਤੀ ਚੌਪਈ ਨਹੀਂ ਪੜ੍ਹੀ। ਦੇਖੀ ਜਾਓ ਹੁਣ ਫੈਸਲਾ ਕਿਸੇ ਨੇ ਕੀ ਕਰਨਾ, ਵਿਦਵਾਨਾਂ ਦਾ ਕੀ ਕੰਮ ਹੈ, ਇਹ ਤੁਸੀਂ ਸੋਚ ਲਓ। ਜਿਨ੍ਹਾਂ ਨੂੰ ਇਤਿਹਾਸਕ ਸੋਮੇ ਕਹਿੰਦੇ, ਹਾਲੇ ਅੱਗੇ ਦੇਖੋ ਇਹਦੇ ਵਿੱਚ ਕੀ ਲਿਖਿਆ। ਜਦੋਂ ਅੰਮ੍ਰਿਤ ਤਿਆਰ ਹੋ ਗਿਆ ਤੇ ਗੁਰੂ ਸਾਹਿਬ ਨੇ ਇੱਥੇ ਵੀ ਜਿਹੜਾ ਅੰਮ੍ਰਿਤ ਤਿਆਰ ਕੀਤਾ ਉਹ ਕਰਦ ਨਾਲ ਹੀ ਕੀਤਾ, ਖੰਡੇ ਨਾਲ ਨਹੀਂ ਕੀਤਾ। ਕਰਦ ਦੀ ਫੇਰੀ ਹੈ। ਕਿਹੜੀ ਕਰਦ? ਜਿਹੜੀ ਦੇਵੀ ਨੇ ਦਿੱਤੀ ਸੀ, ਉਹੀ ਕਰਦ ਫੇਰੀ ਆ, ਇਹਦੇ ਵਿੱਚ ਲਿਖਿਆ ਹੋਇਆ। ਫਿਰ ਗੁਰੂ ਸਾਹਿਬ ਨੇ ਜਦੋਂ ਅੰਮ੍ਰਿਤ ਤਿਆਰ ਹੋਇਆ, ਇੱਕ ਬਾਟੇ ਵਿੱਚ, ਇੱਕ ਬਰਤਨ ਵਿੱਚ ਪਾ ਕੇ, ਉੱਥੇ 2 ਚਿੜੇ ਸੀ, ਉਹਨਾਂ ਅੱਗੇ ਰੱਖ ਦਿੱਤਾ। ਚਿੜਿਆਂ ਨੇ ਅੰਮ੍ਰਿਤ ਪੀਤਾ, ਇੰਨਾ ਜੋਸ਼ ਆ ਗਿਆ ਕਹਿੰਦੇ, ਤੇ ਉਹ ਇੱਕ ਦੂਜੇ ਨੂੰ ਉਹਨਾਂ ਨੇ ਛਿੱਲ ਕੇ ਲਹੂ ਲਹਾਨ ਕਰਕੇ ਮਾਰ ਦਿੱਤਾ। ਤੇ ਇਹ ਸਾਰੇ ਜਿਹੜਾ ਕਵੀ ਸੰਤੋਖ ਸਿੰਘ ਦੇ ਇਤਿਹਾਸ ਦਾ, ਇਹ ਹੁਣ ਮੈਂ ਜ਼ਿਕਰ ਕਰ ਰਿਹਾ ਸੂਰਜ ਪ੍ਰਕਾਸ਼ ਗ੍ਰੰਥ ਦਾ। ਪਹਿਲਾਂ ਆਪਾਂ ਵਿਚਾਰ ਕੀਤੀ ਹੈ ਪ੍ਰਾਚੀਨ ਪੰਥ ਪ੍ਰਕਾਸ਼ ਦੀ। ਤੇ ਰਾਮ ਕੋਇਰ ਜਿਹੜਾ ਇਹ ਸਾਰੇ ਗ੍ਰੰਥਾਂ ਦਾ ਆਧਾਰ ਜਿਸ ਨੂੰ ਬਣਾਇਆ ਗਿਆ ਕਵੀ ਸੰਤੋਖ ਸਿੰਘ ਨੇ, ਉਹ ਕਹਿੰਦਾ ਮੈਂ ਉਦੋਂ ਛੋਟਾ ਸੀ, ਮੈਂ ਭੱਜਾ ਕਹਿੰਦਾ ਮਾਤਾ ਜੀ ਕੋ ਗਿਆ। ਕਿਹਦੇ ਕੋਲ? ਮਾਤਾ ਜੀ ਤੋਂ ਕੋਲ। ਉਹਨਾਂ ਨੂੰ ਮੈਂ ਸਾਰੀ ਕਹਾਣੀ ਦੱਸੀ ਵੀ ਗੁਰੂ ਸਾਹਿਬ ਨੇ ਤਾਂ ਕੋਈ ਐਸੀ ਚੀਜ਼ ਤਿਆਰ ਕਰ ਲਈ ਆ, ਉਹ ਇੰਨਾ ਜੋਸ਼ ਆ, ਚਿੜੇ ਲੜ ਕੇ ਮਰ ਗਏ। ਮਾਤਾ ਜੀ ਤੋਂ ਫਟਾਫਟ ਉਹਨਾਂ ਨੇ ਪਤਾਸੇ ਲਏ ਆਪਣੀ ਝੋਲੀ ਵਿੱਚ, ਤਾਂ ਉੱਥੋਂ ਚੱਲ ਪਏ। ਆਓ ਅਸੀਂ ਦੇਖਦੇ ਹਾਂ।
एक बासन में तनक सु पायो, तिन आगे तर तवे प्यायो। भय वीर रस पीवत दो, युद्ध करन लागे मिल सो। वो जो दोनों चिड़े आ युद्ध करन लग गए। चुंज पंख पर हारन करही, वीर शरीर ना उर मैं तरही। उन्हें चुंझा मार मार के एक दूजे नूं मार दिता। बौर पड़त फेरत सु किरपाना, तो किरपान गुरु साहब फेरते रहे। पाय अमृत जो तेज निधाना, राम कोयर तै संतो। सुनिए बाल वेस मेरो तन जानिए। राम कोयर जी कह रहे मैं बाल उम्र च सी, पर यह गल झूठी है, क्योंकि राम कोयर जी गुरदित्ता जी दे पुत्र सन। भाई गुरदित्ता जी दे पुत्र सन, जो बाबा बुढ़ा जी दे कुल विचों सन। उन्हां दी जो शहीदी है वो उदों हो गई, उन्हां दी मौत जदों गुरु तेग बहादुर जी शहीद होए 1675 ईस्वी विच। ते इन्हां दा जन्म राम कौर जी दा हैगा 1672 ईस्वी का। तो 1699 ईस्वी तक इन्हां दी उम्र 27 साल की सी। पता नहीं कवि संतोख सिंह उन्होंने बाल 27 उम्र दे नूं बाल ही समझते हैं। नौजवान 18 साल का बालग हो जाता, तो 27 साल 9 साल होर। पर खैर कहता मैं बालक सी, राम कौर जी कह रहे हैं। तो मैं दौड़ के कहते ताए गयो मैं माता पास, जै बैठी जीतो सुख रास। तहाँ बैठ मैं सकल सुनाई, इस विदे अमृत गुरु बनाई। मैं उन्होंने सारी गल दसी कि इस तरह गुरु साहब ने अमृत तैयार किया। कई बार मैं बड़ा हैरान होना कि की कहानी है। चटक आप मैं लड़ कर मरे, वो जड़े चिड़ी चिड़ा दोनों चिड़े है ना, आज भी लड़के मर गए। ते अगे की कहते ने, जीतो छुप मत कीन विचारण, पंथ खालसा सुत ए कारण। पहुँचन बने कंत के पास, एव विचार वो लीने पतासे। ਉਹ माता जी तो सोचा भी हुण खालसा पंथ की सिरजना कर रहे हैं, तो मेरा उत्थे पहुँचना बनता है। तो उन्होंने कुछ पतासे अपने कोल ले। घर ते चल आई तत्काला, अमृत जहाँ बनाए कृपाला। पत को रुख लख जल में पाए, पति का रुख देख के उन्हें जल दे विच पतासे पा देते। श्री सतगुर अवलोक अलाए, गुरु साहब ने बचन किया, भलो पयो तू चल कर आई। नीर विखे पाई मधुराई, मिठा पाता। नातर पंथ होत बड़ क्रूरा, तेज क्रोध कलहा कर पूरा। नहीं तो पंथ बहुत क्रूर होना सी, और इन्ना तेज सीगा ते आपस में लड़ लड़ के मर जाना सी। हुण तुसीं मिठा पा दिता, तो ये नाल हुण जिहड़ी है वो मिठा पाया है, इस करके आपस में प्यार रहेगा। इस्त्री पुरुष दोहां तो संतान पैदा होंदी है, ये प्रगट है ते सारा जग जानदा है। होन खालसा संतत काला, खालसा रूप औलाद होण वेले तू चल के आई हाँ, विशाल भला होया है। इस तरह कह के अपने 5 प्यारे अगे खड़े होए वेखे। सो आ गल है कि इहदे विच जिहड़े नुकते नोट करन वाले आ कि असी अपने सतगुर नूं अभुੱਲ कहने आ। पर यह ग्रंथ दा लिखारी की कह रहा कि सतगुर तो ऐ प्रैक्टिकल कर रहे थे, जिदा लैबोरेटरी दे विच असी कोई प्रयोग कर रहे हैं, नवा कोई खोज कर रहे हैं। कोई ऐसा मिक्सचर तैयार हो गया जिहड़ा अमृत की जगह जहर बन गया। जे राम कौर इस कहानी अनुसार भज के माता जीतो दे कोल ना जाते तो की होना सी। अगर वो बनया होया अमृत चिड़े चिड़ी नूं ना पलाउंदे, चिड़िया 2 चिड़िया नूं ना पलाउंदे, टेस्ट ना होंदा, फिर की बनता। मतलब 2 चिड़िया नूं अपनी जान अजाई गवाउणी पई। मतलब गुरु गोबिंद सिंह जी ने चिड़िया नूं मार के वो टेस्ट किया। मतलब वो श्योर नहीं सी कि जो उन्हें बनाया
वो ठीक है या गलत है। मतलब गुरु मतलब पूर्ण नहीं सी इस कहानी अनुसार कि गुरु ਨੂੰ समझ नहीं सी। गुरु अपने आप 'ਚ क्लीयर नहीं सी कि जो मैं काम कर रहा वो सही है या गलत है। इसलिए उन चिड़िया ਨੂੰ पा के टेस्ट किया और फेल हो गए। ये तो अमृत की जगह जहर बन गया, क्योंकि जहर आपे ही है। जिहड़ी चीज़ ने तुहाडा नुकसान करना, तुहानू मारने ते कर देना, वो जहर ही हो गया ना। और राम कोरे थे मेन हीरो हो गया। विजयन सभा फटाफट जाके माता जीतो नू दस्या। एक नुकता ये दूजा नुकता ये कि भाई पतासे माता जीतो ने पाए इस इतिहास अनुसार। फिर खालसे की माता सहबदेवा किवें हो गई, किहड़े इतिहास अनुसार? ना तो सहबदेवा का नाम लिखिया प्राचीन पंथ प्रकाश च, ना माता सहबदेवा का नाम लिखिया सूरज प्रकाश ग्रंथ विच। भाई वो कदों किवें किसने किहड़े आधार ते? क्योंकि अज जदों अमृत संचार हुंदा है उदों ये पहली गल तो 5 बाणियां का पाठ किया जाता। जपजी साहब, जाप साहब, त्रै प्रसाद सवैये, कवि उवाच बेनती चौपाई, आनंद साहब। इन्हां दोनों ग्रंथां विच ही जाप साहब का जिक्र नहीं, जाप साहब का कोई जिक्र नहीं, कवि उवाच बेनती चौपाई का कोई जिक्र नहीं। एक दे विच आनंद साहब दीयां 5 पौड़ियां का जिक्र है, दूजे विच कोई जिक्र नहीं। हुण भाई जे ये साडे इतिहासक स्रोत आ, इन्हां इतिहासक स्रोतां नूं गलत किवें सिद्ध करांगे, किवें रद्द करांगे? जे बकरे झटकाउण के मांस खाण वाली गल असीं मन रहे तां फिर बाकियां गल्लां नूं रद्द किदां करांगे? फिर ये फैसला कदां किवें करोगे कि प्राचीन पंथ प्रकाश का करता तो कह रहा कि जोड़ा अमृत संचार का जोड़ा इतिहासक कारज होया ये होया 1752 संमत दे विच, भाव 1695 ईस्वी नूं, ते आम प्रचलित है 1699 ईस्वी। इसका फैसला कौन करेगा? सब तो वड्डी गल भी सजाउणा सी खालसा, ये निर्मल निराला पंथ प्रगट करना सी और पंडित जी तो ज्योतिष लवाया, वो तो पुछ पवाई, चंगे माड़े दिन की परख कराई। फिर भाई पहले सिस्टम विच की खराबी सी? जो हिंदुस्तान में चल रहा सी, जो हिंदू धर्म चल रहा सी, जेकर देवी की करद नाल ही अमृत तैयार करना सी, लंकुड़िए का कशहरा देना सी ककारां दे विच, ते फिर यार पहला की प्रॉब्लम सी? देवी की उस्तत हिंदुस्तान च पहला भी हुंदी सी, ਉਹੀ काम हुण कर रहे हो। फिर खालसा निर्मल निराला पंथ किवें बन गया? ਇਹ ਤੁਹਾਨੂੰ सारा स्पष्ट कर दिता है। अगों पई तुहाडी सारिਆਂ ਦੀ मर्जी है कि जे तां इन्हां ग्रंथां नूं अपने इतिहासक सोमे मनना, फिर हर काम तो पहला पंडित जी तो पुछना पवा लिया करो, पंडित जी तो ज्योतिष लवा लिया करो। तुहानू फिर होर कोई तरीका अपनाउण दी लोड़ नहीं, क्योंकि जो साडा गुरु अमृत संचार लई पंडित जी तो पुछना पवा रहा तो फिर असी तो उहदे सिख हाँ ना। सीधे लफ्ज़ां विच कहां, ए जो गुरु दशमेश पिता तक सिक्खी दा हुण तक महल उसारिया सी, ए ग्रंथां ने इनकलूडिंग विचित्र नाटक 10 ग्रंथ, इन्हां ने रल के उस महल नूं तैस नैस करता, ढा ढेरी कर दिता। और साडे विद्वान जिहड़े आ वो जोर जबरदस्ती छोटे तो लैके अकाल तख्त सब तक सारे इस काम ते लगे हुए ने कि ये किवें सिੱਖੀ ਦੀਆਂ जड़ां विच तेल दिता जाए। क्योंकि वो ग्रंथ नूं भई ऐ थोड़ी कर सकते हो भी जिथे तो बकरा झटकाउण दी गल उहनूं तां मन लिया, और जिथे अगे पंडित जी तो ज्योतिष लवाउण दी गल वो कहो जी इहनूं असीं मनदे ने, इदां किदां कर सकते हैं? नहीं हो सकता। सो आओ अज दी विचार इन्नी है, ये विचारां अगे चलदियां रहणगीਆਂ। प्राचीन पंथ प्रकाश तो अगे बहुत कुछ होर साडा समझण वाला असीं समझांगे। भुल्लां चूकां दी माफ़ी। जो बेनती बार बार करदा कि भाई अगर तुहानूं ये खोज चंगी लगदी है तां मेरे चैनल नूं सबसक्राइब करो, वीडियो नूं
ਲਾਈਕ ਕਰੋ, ਸਾਂਝਾ ਕਰੋ ਤੇ ਘੰਟੀ ਵੀ ਦਬਾ ਦਿਓ ਤਾਂ ਕਿ ਜਦੋਂ मैं कोई वीडियो बनावां तुहाडे कोल पुज जावे। वाहिगुरू जी का खालसा, वाहिगुरू जी की फतेह।